ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਕੈਨੇਡਾ ਦੇ ਵਿੱਚ ਹੁਣ ਜਦੋਂ ਵੀ ਐਂਟਰ ਹੋਣਾ ਹੈ ਤਾਂ ਉਸ ਤੋਂ ਪਹਿਲਾਂ ਕੁਝ ਅਹਿਮ ਗੱਲਾਂ ਹਮੇਸ਼ਾ ਧਿਆਨ ਵਿੱਚ ਰੱਖਣੀਆਂ ਨੇ। ਉਸ ਨਾਲ ਸੰਬੰਧਿਤ ਇੱਕ ਵੀਡੀਓ ਵੀ ਕੈਨੇਡਾ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਅਹਿਮ ਗੱਲਾਂ ਦੇ ਬਾਰੇ ਦੱਸਿਆ ਗਿਆ ਹੈ ਕਿ ਜਦੋਂ ਵੀ ਕਿਸੇ ਨੇ ਬਾਏ ਏਅਰ ਜਾਂ ਬਾਏ ਰੋਡ ਜਾਂ ਫਿਰ ਸਮੁੰਦਰੀ ਰਸਤੇ ਰਾਹੀਂ ਕੈਨੇਡਾ ਦੇ ਅੰਦਰ ਦਾਖਲ ਹੋਣਾ ਹੈ ਤਾਂ ਉਹ ਕਿਹੜੀਆਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣ ਜੋ ਕਿ ਲਾਜ਼ਮੀ ਨੇ। ਸਭ ਤੋਂ ਪਹਿਲਾਂ ਜੋ ਲਾਜ਼ਮੀ ਚੀਜ਼ ਹੈ ਮਾਸਕ ਪਾਉਣਾ, ਨॉन ਮੈਡੀਕਲ ਮਾਸਕ ਪਾਇਆ ਹੋਇਆ ਹੋਣਾ ਜ਼ਰੂਰੀ ਹੈ। ਜੇਕਰ ਨॉन ਮੈਡੀਕਲ ਮਾਸਕ ਜਾਂ ਕਿਸੇ ਵੀ ਤਰ੍ਹਾਂ ਦਾ ਮਾਸਕ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਕੱਪੜਾ ਵੀ ਮੂੰਹ ਦੇ ਉੱਤੇ ਕੋਈ ਸਕਾਰਫ ਹੋਵੇ, ਰੁਮਾਲ ਹੋਵੇ, ਉਹ ਵੀ ਬੰਨ੍ਹ ਸਕਦੇ ਹੋ। ਤੇ ਇਸ ਦੇ ਨਾਲ ਹੀ ਅੱਗੇ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਤੁਹਾਡੇ ਕੋਲ ਆਪਣਾ ਇੰਤਜ਼ਾਮ ਹੋਣਾ ਜ਼ਰੂਰੀ ਹੈ ਕਿ ਤੁਸੀਂ 14 ਦਿਨ ਦੇ ਵਾਸਤੇ ਕਿੱਥੇ ਰਹੋਗੇ ਵੱਖਰੇ ਤੌਰ ਦੇ ਉੱਤੇ। ਤੇ ਜੇਕਰ ਤੁਹਾਡੇ ਕੋਲ ਇੰਤਜ਼ਾਮ ਨਾ ਵੀ ਹੋਵੇ, ਤੁਸੀਂ ਜਾਣਕਾਰੀ ਦੇਣੀ ਹੈ ਤਾਂ ਸਿਹਤ ਅਧਿਕਾਰੀਆਂ ਦੇ ਵੱਲੋਂ ਉਹ ਇੰਤਜ਼ਾਮ ਕੀਤਾ ਜਾਵੇਗਾ ਕਿ 14 ਦਿਨ ਵਾਸਤੇ ਤੁਹਾਨੂੰ ਵੱਖਰੇ ਤੌਰ ਦੇ ਉੱਤੇ ਕਿੱਥੇ ਰੱਖਣਾ ਹੈ। ਤੇ ਕੈਨੇਡਾ ਵਿੱਚ ਪਹਿਲਾਂ ਤਾਂ ਇਹ ਸਹੂਲਤ ਨਹੀਂ ਸੀ, ਪਰ ਬਾਅਦ ਵਿੱਚ ਇਸ ਸਹੂਲਤ ਦਾ ਐਲਾਨ ਕਰ ਦਿੱਤਾ ਗਿਆ ਸੀ। ਤੇ ਹੁਣ ਜਿਨ੍ਹਾਂ ਦੇ ਕੋਲ 14 ਦਿਨ ਵਾਸਤੇ ਵੱਖਰੇ ਤੌਰ ਦੇ ਉੱਤੇ ਰਹਿਣ ਦਾ ਇੰਤਜ਼ਾਮ ਨਹੀਂ ਹੁੰਦਾ, ਉਹਨਾਂ ਨੂੰ ਸਰਕਾਰ ਦੇ ਵੱਲੋਂ 14 ਦਿਨ ਵਾਸਤੇ ਹੋਟਲ ਦੇ ਵਿੱਚ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਵੀ ਇੱਥੇ ਜ਼ਿਕਰਯੋਗ ਹੈ ਕਿ ਜੇਕਰ ਤੁਹਾਡੇ ਕੋਲ 14 ਦਿਨ ਵਾਸਤੇ ਵੱਖਰੇ ਤੌਰ ਦੇ ਉੱਤੇ ਰਹਿਣ ਦਾ ਇੰਤਜ਼ਾਮ ਹੈਗਾ ਵੀ ਹੈ ਤਾਂ ਇਹ ਜ਼ਰੂਰ ਧਿਆਨ ਰੱਖਣਾ ਕਿ ਕੀ ਤੁਹਾਡੇ ਨੇੜੇ ਕੋਈ ਵੀ ਕਮਜ਼ੋਰ ਵਿਅਕਤੀ ਤਾਂ ਨਹੀਂ ਹੈਗਾ। ਹੁਣ ਕਮਜ਼ੋਰ ਵਿਅਕਤੀ ਤੋਂ ਇੱਥੇ ਮਤਲਬ ਹੈ ਕਿ 60 ਜਾਂ 65 ਸਾਲ ਤੋਂ ਉੱਪਰ ਦੇ ਬਜ਼ੁਰਗ, ਨਾਲ ਹੀ ਜੇਕਰ ਕੋਈ ਵਿਅਕਤੀ ਕਿਸੇ ਹੋਰ ਬਿਮਾਰੀ ਤੋਂ ਪੀੜਤ ਹੋਵੇ ਜਾਂ ਫਿਰ ਉਸ ਦਾ ਇਮਿਊਨ ਸਿਸਟਮ ਕਮਜ਼ੋਰ ਹੋਵੇ, ਉਸ ਦੇ ਨੇੜੇ ਤਾਂ ਬਿਲਕੁਲ ਵੀ ਨਹੀਂ ਜਾਣਾ। ਤੇ ਫਿਰ ਜੇਕਰ ਉਹਨਾਂ ਦੇ ਨੇੜੇ ਤੁਹਾਡੇ ਕੋਲ ਜਿਹੜਾ 14 ਦਿਨ ਵਾਸਤੇ ਰਹਿਣ ਦਾ ਇੰਤਜ਼ਾਮ ਹੈ ਤਾਂ ਉਹ ਵੀ ਸਰਕਾਰ ਨੂੰ ਦੱਸਣਾ ਹੈ, ਤਾਂ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਸਹੂਲਤ ਦੀ ਹੀ ਵਰਤੋਂ ਕਰੋ, ਉੱਥੇ ਨਾ ਜਾਓ। ਇਸ ਦੇ ਨਾਲ ਹੀ ਜਦੋਂ ਹੁਣ ਤੁਸੀਂ 14 ਦਿਨ ਵਾਸਤੇ ਵੱਖਰੇ ਤੌਰ ਦੇ ਉੱਤੇ ਕੈਨੇਡਾ ਵਿੱਚ ਆ ਕੇ ਰਹੋਗੇ ਤਾਂ ਕੀ ਉਹਨਾਂ 14 ਦਿਨ ਵਾਸਤੇ ਮੁੱਖ ਲੋੜਾਂ ਨੇ, ਜਿਵੇਂ ਕਿ ਖਾਣ ਪੀਣ ਦਾ ਸਮਾਨ, ਜਿਹੜੀਆਂ ਤੁਸੀਂ ਦਵਾਈਆਂ ਲੈਂਦੇ ਹੋ, ਤੇ ਜੀਵਨ ਦੇ ਵਾਸਤੇ ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁੱਖ ਚੀਜ਼ਾਂ ਨੇ ਜਿਨ੍ਹਾਂ ਤੋਂ ਬਿਨਾਂ ਨਹੀਂ ਸਰਦਾ, ਉਹ ਕੀ ਤੁਹਾਡੇ ਕੋਲ ਮੌਜੂਦ ਹੋਣਗੀਆਂ। ਹਰ ਸਹੂਲਤ ਤੁਹਾਡੇ ਕੋਲ ਹੋਵੇਗੀ, ਉਹ ਵੀ ਤੁਹਾਨੂੰ ਦੱਸਣਾ ਪਵੇਗਾ ਕਿ ਇਹ ਨਹੀਂ ਹੈ ਕਿ ਤੁਸੀਂ 14 ਦਿਨ ਵਾਸਤੇ ਆਪਣਾ ਰਹਿਣ ਦਾ ਇੰਤਜ਼ਾਮ ਤਾਂ ਕਰ ਲਿਆ, ਪਰ ਉੱਥੇ 14 ਦਿਨ ਵਾਸਤੇ ਤੁਸੀਂ ਖਾਣਾ ਕੀ ਹੈ, ਗਰੋਸਰੀ ਕਿੱਥੋਂ ਲੈ ਕੇ ਆਉਣੀ ਹੈ, ਤੁਹਾਡੇ ਕੋਲ ਖਾਣ ਪੀਣ ਦਾ ਸਮਾਨ ਕਿੱਥੋਂ ਪਹੁੰਚਣਾ ਹੈ, ਜਾਂ ਹੋਰ ਜਿਹੜਾ ਵਰਤੋਂ ਸਮਾਨ ਆਉਂਦਾ ਉਹ ਕਿੱਥੋਂ ਆਉਣਾ ਹੈ। ਤਾਂ ਉਹ ਤੁਹਾਡੇ ਕੋਲ ਜੇਕਰ ਇੰਤਜ਼ਾਮ ਨਹੀਂ ਹੈ ਤਾਂ ਇਹ ਵੀ ਗਲਤ ਹੋਵੇਗਾ। ਤਾਂ ਇਸ ਦੇ ਵਿੱਚ ਫਿਰ ਸਰਕਾਰ ਤੋਂ ਹੀ ਮਦਦ ਲਈ ਜਾ ਸਕਦੀ ਹੈ, ਜਿਹੜੀ ਉਹਨਾਂ ਦੇ ਵੱਲੋਂ ਸਹੂਲਤ ਦਿੱਤੀ ਜਾ ਰਹੀ ਹੈ ਉਹ ਵਰਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਹੋਰ ਅੱਗੇ ਜਿਹੜਾ ਧਿਆਨ ਰੱਖਿਆ ਜਾਣਾ, ਜੋ ਵੇਟ ਕੇ ਟਰਾਂਸਪੋਰਟ ਦਾ ਤੁਹਾਨੂੰ ਦੱਸਿਆ ਕਿ ਟਰਾਂਸਪੋਰਟ ਵੀ ਫਿਰ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਪਬਲਿਕ ਟਰਾਂਸਪੋਰਟ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਜਦੋਂ ਤੱਕ 14 ਦਿਨ ਦੇ ਵਾਸਤੇ ਤੁਸੀਂ ਬਾਹਰਲੇ ਮੁਲਕ ਤੋਂ ਆ ਕੇ ਕੈਨੇਡਾ ਦੇ ਵਿੱਚ ਵੱਖਰੇ ਤੌਰ 'ਤੇ ਨਹੀਂ ਰਹਿੰਦੇ ਤੇ ਤੰਦਰੁਸਤ ਨਹੀਂ ਰਹਿੰਦੇ। ਇਸ ਦੇ ਨਾਲ ਹੀ ਜੇਕਰ ਤੁਹਾਨੂੰ ਕੋਈ ਵੀ ਲੱਛਣ ਦਿਖਾਈ ਦਿੰਦੇ ਨੇ, ਹੁਣ 14 ਦਿਨ ਵਾਸਤੇ ਜਦੋਂ ਵੱਖਰੇ ਤੌਰ ਦੇ ਉੱਤੇ ਰਹਿ ਰਹੇ ਹੋ ਤਾਂ ਉਹਨਾਂ ਦਿਨਾਂ ਦਰਮਿਆਨ ਹੋ ਸਕਦਾ ਹੈ ਕਿ ਕੋਵਿਡ-19 ਦੇ ਤੁਸੀਂ ਸ਼ਿਕਾਰ ਹੋਏ ਹੋਵੋ ਤੇ ਬਿਮਾਰ ਖੁਦ ਨੂੰ ਮਹਿਸੂਸ ਕਰ ਰਹੇ ਹੋਵੋ, ਤਾਂ ਤੁਰੰਤ ਸਿਹਤ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਜਾਵੇ। ਜੇਕਰ ਜ਼ਿਆਦਾ ਤਬੀਅਤ ਖਰਾਬ ਦਿਖਦੀ ਹੈ ਤਾਂ ਵੀ ਤੁਰੰਤ ਉਹਨਾਂ ਦੇ ਨਾਲ ਐਮਰਜੈਂਸੀ ਜਿਹੜੇ ਨੰਬਰ ਨੇ ਉਹਨਾਂ ਦੇ ਉੱਤੇ ਸੰਪਰਕ ਕੀਤਾ ਜਾਵੇ। ਇਹ ਨਹੀਂ ਹੈ ਕਿ ਜਿਹੜਾ ਇਕੱਲੇ ਹੀ ਆਪਣੇ ਆਪ ਨੂੰ ਇਲਾਜ ਦੇਣਾ ਸ਼ੁਰੂ ਕਰ ਦੇਣਾ ਹੈ, ਦਵਾਈਆਂ ਆਪਣੀ ਮਰਜ਼ੀ ਨਾਲ ਲੈਣੀਆਂ ਸ਼ੁਰੂ ਕਰ ਦੇਣੀਆਂ। ਸਿਹਤ ਅਧਿਕਾਰੀਆਂ ਨੂੰ ਇਸ ਦੀ ਤੁਰੰਤ ਜਾਣਕਾਰੀ ਦਿੱਤੀ ਜਾਵੇ ਤੇ ਨਾਲ ਹੀ ਜਿਸ ਦਿਨ ਤੋਂ ਇਹ ਲੱਛਣ ਤੁਹਾਨੂੰ ਦਿਖਾਈ ਦੇਣੇ ਸ਼ੁਰੂ ਹੋਣ ਤਾਂ ਉਦੋਂ ਤੋਂ ਵੀ 14 ਦਿਨ ਤੱਕ ਖੁਦ ਨੂੰ ਵੱਖਰੇ ਤੌਰ ਦੇ ਉੱਤੇ ਰੱਖਣਾ ਹੈ, ਕਿਉਂਕਿ ਹੋ ਸਕਦਾ ਕਿ ਉਹ ਕੋਵਿਡ-19 ਦੇ ਲੱਛਣ ਨਾ ਹੋਣ, ਕੋਈ ਐਲਰਜੀ ਜਾਂ ਫਿਰ ਕੋਈ ਹੋਰ ਬਿਮਾਰੀ ਹੈ ਜਿਹੜੀ ਉਸਦੇ ਲੱਛਣ ਹੋਣ, ਪਰ ਫਿਰ ਵੀ 14 ਦਿਨ ਵਾਸਤੇ ਹੋਰ ਖੁਦ ਨੂੰ ਵੱਖਰੇ ਤੌਰ ਦੇ ਉੱਤੇ ਜ਼ਰੂਰ ਰੱਖਣਾ ਹੈ। ਤੇ ਇਸ ਦੇ ਵਿੱਚ ਹੋਰ ਵੀ ਜਿਹੜੀਆਂ ਹਦਾਇਤਾਂ ਨੇ ਉਹ ਸਿਹਤ ਅਧਿਕਾਰੀਆਂ ਦੇ ਵੱਲੋਂ ਮੌਕੇ 'ਤੇ ਦੱਸ ਦਿੱਤੀਆਂ ਜਾਂਦੀਆਂ ਨੇ। ਤੇ ਜਦੋਂ ਵੀ ਕੈਨੇਡਾ ਦੇ ਵਿੱਚ ਆਉਣਾ ਹੈ ਤਾਂ ਅਰਾਈਵ ਕੈਨ ਐਪ ਹੈ ਜਿਹੜੀ, ਉਹ ਤੁਹਾਨੂੰ ਪਹਿਲਾਂ ਦੱਸਿਆ ਸੀ, ਉਹ ਫੋਨ ਦੇ ਵਿੱਚ ਡਾਊਨਲੋਡ ਕਰ ਲਵੋ, ਉਹਦੇ ਉੱਤੇ ਜਾਣਕਾਰੀ ਭਰ ਦੇਵੋ ਤੇ ਨਾਲ ਹੀ canada.ca/coronavirus ਦੇ ਉੱਤੇ ਜਾ ਕੇ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ, ਜਿੱਥੇ ਕਿ ਹਰ ਤਰ੍ਹਾਂ ਦੀ ਜਾਣਕਾਰੀ ਮੌਜੂਦ ਹੈ ਕਿ ਤੁਸੀਂ ਜੇਕਰ ਕੈਨੇਡਾ ਵਿੱਚ ਆਉਂਦੇ ਹੋ, ਤੁਹਾਡੇ ਕੋਲ ਵੱਖਰੇ ਤੌਰ ਦੇ ਉੱਤੇ ਰਹਿਣ ਦਾ ਵਸੀਲਾ ਹੈ ਜਾਂ ਨਹੀਂ। ਤਾਂ ਜਿੰਨੇ ਵੀ ਸਵਾਲ ਨੇ, ਤੁਹਾਡੇ ਮਨ ਵਿੱਚ ਕੋਈ ਸਵਾਲ ਹੋਣ, ਉੱਥੇ ਪੁੱਛੇ ਜਾ ਸਕਦੇ ਨੇ। ਫੋਨ ਨੰਬਰ ਵੀ ਨਾਲ ਦੀ ਨਾਲ ਦਿੱਤਾ ਜਾਂਦਾ ਹੈ, ਉਸ ਦੇ ਉੱਤੇ ਵੀ ਫੋਨ ਕਰਕੇ ਸੰਪਰਕ ਕਰ ਸਕਦੇ ਹੋ। ਇੱਥੇ ਕੁਝ ਇਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਕਿ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਇਹ ਨਹੀਂ ਹੈ ਕਿ ਤੁਸੀਂ ਉਹ ਸਵਾਲ ਬਸ ਜਿਹੜਾ ਲੋਕਾਂ ਨੂੰ ਪੁੱਛਣ ਲੱਗ ਪਏ ਹੋ, ਆਪਣੇ ਆਲੇ ਦੁਆਲੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ, ਤਾਂ ਤੁਸੀਂ ਸਿੱਧਾ ਸਿਹਤ ਅਧਿਕਾਰੀਆਂ ਦੇ ਨਾਲ ਉਹ ਗੱਲਬਾਤ ਕਰ ਸਕਦੇ ਹੋ, ਸਵਾਲ ਪੁੱਛ ਸਕਦੇ ਹੋ ਤਾਂ ਕਿ ਸਪਸ਼ਟ ਜਾਣਕਾਰੀ ਤੁਹਾਨੂੰ ਮਿਲੇ। ਹੁਣ ਕੋਵਿਡ-19 ਨੂੰ ਲੈ ਕੇ ਜਿੰਨੀ ਵੀ ਜਾਣਕਾਰੀ ਜਾਰੀ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਨੰਬਰ ਕਿਉਂ ਦਿੱਤੇ ਜਾ ਰਹੇ ਨੇ ਤਾਂ ਕਿ ਕੋਈ ਵੀ ਅਧੂਰੀ
ਜਾਂ ਫਿਰ ਗਲਤ ਜਾਣਕਾਰੀ ਦਾ ਸ਼ਿਕਾਰ ਨਾ ਹੋ ਜਾਵੇ, ਜਿਸ ਦੇ ਕਰਕੇ ਉਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜ਼ਰੂਰੀ ਹੈ ਜਦੋਂ ਤੁਸੀਂ ਕਿਸੇ ਵੀ ਅਜਿਹੇ ਹਾਲਾਤ ਵਿੱਚ ਫਸੇ ਹੋਏ ਹੋ ਜਿੱਥੇ ਤੁਹਾਨੂੰ ਮਦਦ ਦੀ ਲੋੜ ਹੈ, ਜਾਂ ਫਿਰ ਤੁਹਾਨੂੰ ਜਿਹੜਾ ਕਿਸੇ ਵੀ ਤਰ੍ਹਾਂ ਦੇ ਸਵਾਲ ਦੇ ਜਵਾਬ ਜਾਣਨ ਦੀ ਲੋੜ ਹੈ ਅੱਗੇ ਆਪਣੇ ਕਦਮ ਵਧਾਉਣ ਦੇ ਵਾਸਤੇ, ਚਾਹੇ ਕੰਮ ਨੂੰ ਲੈ ਕੇ ਹੋਵੇ ਚਾਹੇ ਕਿਸੇ ਹੋਰ ਚੀਜ਼ ਨੂੰ, ਤਾਂ ਉਹਨਾਂ ਨੰਬਰਾਂ ਦੇ ਉੱਤੇ ਸੰਪਰਕ ਕੀਤਾ ਜਾਵੇ ਜੋ ਕਿ ਕੈਨੇਡਾ ਸਰਕਾਰ ਦੇ ਵੱਲੋਂ ਕਰੋਨਾ ਵਾਇਰਸ ਦੇ ਦੌਰਾਨ ਦਿੱਤੀ ਜਾ ਰਹੀ ਮਦਦ ਦੇ ਵਾਸਤੇ ਦਿੱਤੇ ਜਾ ਰਹੇ ਨੇ। ਸਿਰਫ ਇਹੀ ਨਹੀਂ, ਸਗੋਂ ਜਿਹੜੇ ਨਵੇਂ ਕੈਨੇਡਾ ਦੇ ਵਿੱਚ ਆਉਣਗੇ, ਜਿਵੇਂ ਵਰਕ ਪਰਮਿਟ ਵਾਲੇ ਨੇ ਜਾਂ ਨਵੇਂ PR ਹੋ ਕੇ ਆਉਂਦੇ ਨੇ, ਤਾਂ ਉਸ ਦੇ ਲਈ ਵੀ ਅਹਿਮ ਹੈ ਕਿ ਤੁਸੀਂ ਜੇਕਰ ਹੁਣ ਕੰਮ ਲੱਭਣਾ ਹੈ ਤਾਂ ਉਹਦੇ ਵਿੱਚ ਵੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਅਜਿਹਾ ਨਾ ਹੋਵੇ ਤਾਂ ਵੱਖੋ ਵੱਖਰੇ ਸੂਬਿਆਂ ਵੱਲੋਂ ਆਪਣੀਆਂ ਵੈਬਸਾਈਟਸ ਦੇ ਉੱਤੇ, ਨਾਲ ਹੀ ਕੈਨੇਡਾ ਸਰਕਾਰ ਵੱਲੋਂ ਵੈਬਸਾਈਟ ਦੇ ਉੱਤੇ ਜੌਬ ਬੈਂਕ ਹੈ ਜੋ .ca, ਉਹਦੇ ਉੱਤੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਤੁਸੀਂ ਨੌਕਰੀਆਂ ਦੀ ਭਾਲ ਕਰ ਸਕਦੇ ਹੋ। ਅਤੇ ਵੱਖੋ ਵੱਖਰੀਆਂ ਬਹੁਤ ਸਾਰੀਆਂ ਤੁਹਾਨੂੰ ਵੈਬਸਾਈਟਸ ਮਿਲ ਜਾਣਗੀਆਂ, ਵੱਖੋ ਵੱਖਰੀਆਂ ਸਾਈਟਸ ਮਿਲ ਜਾਣਗੀਆਂ ਜਿਸ ਦੇ ਉੱਤੇ ਤੁਸੀਂ ਜਾ ਕੇ ਨੌਕਰੀ ਦੇ ਵਾਸਤੇ ਅਪਲਾਈ ਕਰ ਸਕਦੇ ਹੋ। ਜਦੋਂ ਤੁਸੀਂ ਗੂਗਲ ਦੇ ਉੱਤੇ ਔਨਲਾਈਨ ਦੇਖਦੇ ਹੋ ਅਤੇ ਆਪਣੀ ਸਿਟੀ ਅਤੇ ਆਪਣੇ ਖੇਤਰ ਦੀ ਡਿਟੇਲ ਉਸ ਦੇ ਵਿੱਚ ਸਾਂਝੀ ਕਰਦੇ ਹੋ, ਤਾਂ ਇਸ ਦੇ ਵਿੱਚ ਇਹ ਵੀ ਧਿਆਨ ਰੱਖਣਾ ਕਿ ਕਰੋਨਾ ਵਾਇਰਸ ਦੇ ਦੌਰਾਨ ਬਹੁਤ ਸਾਰੇ ਸਕੈਮ ਵੀ ਹੋ ਰਹੇ ਨੇ। ਖਾਸ ਤੌਰ ਦੇ ਉੱਤੇ ਜਿਹੜੇ ਨਵੇਂ ਵਿਅਕਤੀ ਕੈਨੇਡਾ ਵਿੱਚ ਆਉਂਦੇ ਨੇ, ਉਹਨਾਂ ਨੂੰ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਨਵਾਂ ਵਿਅਕਤੀ ਕੈਨੇਡਾ ਵਿੱਚ ਆਇਆ ਤਾਂ ਜ਼ਰੂਰ ਦੱਸੋ, ਜਾਂ ਫਿਰ ਆਉਣ ਵਾਲਾ ਹੈ ਤਾਂ ਤੁਸੀਂ ਉਹਨਾਂ ਨਾਲ ਵੀ ਇਸ ਸੰਬੰਧੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਤਾਂ ਕਿਸੇ ਵੀ ਤਰ੍ਹਾਂ ਦੇ ਸਕੈਮ ਵਿੱਚ ਫਸਣ ਤੋਂ ਬਚ ਜਾਣ। ਕਿਉਂਕਿ ਇਸ ਸਮੇਂ ਬਹੁਤ ਸਾਰੀਆਂ ਅਜਿਹੇ COVID-19 ਨੂੰ ਲੈ ਕੇ ਸਕੈਮ ਕੀਤੇ ਜਾ ਰਹੇ ਨੇ ਕਿ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਤੇ ਪੈਸੇ ਉਹਨਾਂ ਤੋਂ ਠੱਗੇ ਜਾਂਦੇ ਨੇ। ਇਸ ਦੇ ਨਾਲ ਹੀ ਉਹਨਾਂ ਨੂੰ ਸਹੂਲਤਾਂ ਦੇਣ ਦੇ ਨਾਮ ਦੇ ਉੱਤੇ, ਪ੍ਰੋਡਕਟਸ ਦੇ ਨਾਮ ਦੇ ਉੱਤੇ, ਇਮੀਗ੍ਰੇਸ਼ਨ ਦੇ ਨਾਮ ਦੇ ਉੱਤੇ ਵੀ COVID-19 ਨੂੰ ਲੈ ਕੇ ਕਈ ਸਕੈਮ ਹੋ ਰਹੇ ਨੇ। ਤੁਸੀਂ ਖੁਦ ਦੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਸਾਈਟਸ ਦੇ ਉੱਤੇ ਕੱਲ੍ਹ ਹੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੀ ਇਸ ਸੰਬੰਧੀ ਜਾਣਕਾਰੀ ਜਾਰੀ ਕੀਤੀ ਗਈ ਸੀ ਕਿ ਆਨਲਾਈਨ ਸਕੈਮ ਬਹੁਤ ਹੋ ਰਹੇ ਨੇ। ਉਸ ਤੋਂ ਬਚਣ ਵਾਸਤੇ ਜਾਗਰੂਕ ਰਹੋ। ਜੇਕਰ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਸ਼ੰਕਾ ਹੈ ਤਾਂ ਤੁਸੀਂ ਅਧਿਕਾਰੀਆਂ ਨੂੰ ਸਿੱਧਾ ਫੋਨ ਕਰ ਸਕਦੇ ਹੋ। ਉਹਨਾਂ ਨੰਬਰਾਂ ਦੇ ਉੱਤੇ ਫੋਨ ਕਰ ਸਕਦੇ ਹੋ ਜਿਹੜੇ ਕਿ canada.ca ਦੇ ਉੱਤੇ ਮੌਜੂਦ ਨੇ। ਜਿਹੜੀਆਂ ਅਫੀਸ਼ੀਅਲ ਵੈਬਸਾਈਟਸ ਨੇ ਉਹਨਾਂ ਦੇ ਉੱਤੇ ਹੈਲਪਲਾਈਨ ਨੰਬਰ ਨੇ, ਉਹਨਾਂ ਦੇ ਉੱਤੇ ਹੀ ਫੋਨ ਕਰੋ। ਜਿਹੜੀ ਕਿ ਕਈ ਵਾਰ ਆਨਲਾਈਨ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਸਾਈਟਸ ਦੀ ਵਰਤੋਂ ਕਰਦੇ ਹੋ ਤਾਂ ਸਾਈਡ ਦੇ ਵਿੰਡੋਜ਼ ਕਈ ਪੌਪ ਹੁੰਦੀਆਂ ਨੇ ਜਿਸ ਦੇ ਵਿੱਚ ਫੋਨ ਨੰਬਰ ਦਿਖਾਏ ਜਾਂਦੇ ਨੇ, ਕਿਉਂਕਿ ਬਹੁਤ ਸਾਰੇ ਸਕੈਮ ਅਜਿਹੇ ਵੀ ਨੇ ਜੋ ਵਿਗਿਆਪਨਾਂ ਦੇ ਰਾਹੀਂ ਕੀਤੇ ਜਾਂਦੇ ਨੇ ਕਿ ਮਦਦ ਦੇਣ ਦੇ ਵਾਸਤੇ ਵਿਗਿਆਪਨ ਦਿੱਤਾ ਜਾਂਦਾ ਤੇ ਜਿਹੜੇ ਵੀ ਉਹਨਾਂ ਨੂੰ ਸੰਪਰਕ ਕਰਦੇ ਨੇ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਦੇ ਵੱਲੋਂ ਬਾਰ-ਬਾਰ ਕਿਹਾ ਜਾਂਦਾ ਹੈ ਕਿ ਕਦੀ ਵੀ ਜਿਹੜੇ ਸਰਕਾਰੀ ਅਧਿਕਾਰੀ ਨੇ ਉਹ ਤੁਹਾਡੇ ਨਾਲ ਕ੍ਰੈਡਿਟ ਕਾਰਡ ਦੀ ਡਿਟੇਲ, ਨਾ ਤੁਹਾਡੇ ਬਾਰੇ ਨਿੱਜੀ ਕੋਈ ਜਾਣਕਾਰੀ, ਨਾ SIN ਨੰਬਰ ਨਹੀਂ ਮੰਗਣਗੇ, ਕਦੀ ਵੀ ਬੈਂਕ ਦੀ ਕੋਈ ਡਿਟੇਲ ਨਹੀਂ ਮੰਗਣਗੇ ਤੇ ਨਾ ਹੀ ਤੁਹਾਤੋਂ ਪੈਸੇ ਮੰਗਣਗੇ। ਇਸ ਦੇ ਨਾਲ ਹੀ ਜਿਵੇਂ ਬਿਜਲੀ ਦੇ ਬਿੱਲ ਨੇ ਜਾਂ ਕਿਸੇ ਵੀ ਚੀਜ਼ ਦੇ ਹੋਰ ਬਿੱਲ ਨੇ ਰਹਿੰਦੇ ਨੇ, ਇਸ ਵਕਤ COVID-19 ਦੇ ਕਰਕੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਕਿ ਤੁਸੀਂ ਹੁਣੇ ਬਿੱਲ ਭਰਵਾਓ, ਤੁਸੀਂ ਨਹੀਂ ਭਰਵਾਇਆ ਤਾਂ ਤੁਹਾਨੂੰ ਫਾਈਨ ਭਰਨਾ ਪੈਣਾ। ਜਾਂ ਤੁਹਾਨੂੰ ਇੰਨਾ ਫਾਈਨ ਹੋ ਗਿਆ ਤੇ ਤੁਸੀਂ ਉਸ ਫਾਈਨ ਨੂੰ ਭਰਨ ਵਾਸਤੇ ਆਹ ਨੰਬਰ ਦੇ ਉੱਤੇ ਸੰਪਰਕ ਕਰੋ ਜਾਂ ਆਹ ਜਾਣਕਾਰੀ ਦਿਓ। ਉਹ ਸਾਰੇ ਜਾਲੀ ਨੇ। ਕਦੀ ਵੀ ਤੁਹਾਡੀ ਨਿੱਜੀ ਜਾਣਕਾਰੀ ਅਧਿਕਾਰੀਆਂ ਦੇ ਵੱਲੋਂ ਨਹੀਂ ਮੰਗੀ ਜਾਵੇਗੀ ਕਿਉਂਕਿ ਉਹਨਾਂ ਦੇ ਕੋਲ ਤਾਂ ਪਹਿਲਾਂ ਹੀ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ ਤੇ ਉਹ ਜਾਂ ਫਿਰ ਜੇ ਇਸ ਸੰਬੰਧੀ ਜੇਕਰ ਉਹਨਾਂ ਨੇ ਕਦੇ ਦੱਸਣਾ ਵੀ ਹੋਵੇ ਕਿ ਕੋਈ ਫਾਈਨ ਲੱਗਿਆ ਜਾਂ ਕੁਝ, ਤਾਂ ਮੇਲ ਦੇ ਵਿੱਚ, ਚਿੱਠੀ ਦੇ ਵਿੱਚ ਉਹ ਆਉਂਦਾ ਜਿਸ ਦੇ ਉੱਤੇ ਸਟੈਂਪ ਵੀ ਪੂਰੀ ਤਰ੍ਹਾਂ ਹੁੰਦੀ ਹੈ ਤੇ ਇਸ ਦੇ ਨਾਲ ਹੀ ਕੈਨੇਡਾ ਸਰਕਾਰ ਦੇ ਵੱਲੋਂ ਉਹ ਚਿੱਠੀ ਹੁੰਦੀ ਹੈ ਜਿਸ ਦੇ ਉੱਤੇ ਖਾਸ ਧਿਆਨ ਦਿੱਤਾ ਜਾਵੇ। ਤੇ ਨਾਲ ਹੀ ਜਿਹੜਾ ਵੱਖੋ ਵੱਖਰੇ ਹੋਰ ਵੀ ਜ਼ਰੀਏ ਹੈਗੇ ਨੇ, ਪਰ ਕਦੀ ਵੀ ਇਸ ਦੇ ਉੱਤੇ ਇਹ ਨਹੀਂ ਹੁੰਦਾ ਕਿ ਤੁਹਾਤੋਂ ਨਿੱਜੀ ਜਾਣਕਾਰੀ ਫੋਨ ਕਰਕੇ ਉਹ ਮੰਗਣ ਜਾਂ ਟੈਕਸਟ ਮੈਸੇਜ ਵਿੱਚ ਮੰਗਣ ਜਾਂ ਫਿਰ ਤੁਹਾਨੂੰ ਲਿੰਕ ਦਿੱਤਾ ਜਾਵੇ ਕਿ ਤੁਸੀਂ ਹੁਣ, ਕਿਉਂਕਿ ਬਹੁਤ ਸਾਰੇ ਸਕੈਮ ਇਹੋ ਜਿਹੇ ਵੀ ਹੋ ਰਹੇ ਨੇ ਕਿ ਲੋਟਰੀਜ਼ ਦੇ ਵਾਸਤੇ ਕਿ ਤੁਸੀਂ ਲੋਟਰੀ ਜਿੱਤ ਗਏ ਹੋ, ਤਾਂ ਇਹ ਕਾਫੀ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਨੇ, ਪਰ COVID-19 ਦੇ ਨਾਮ ਦੇ ਉੱਤੇ ਵੀ ਅਜਿਹੇ ਹੋ ਰਹੇ ਨੇ ਜਿਸ ਤੋਂ ਬਚਿਆ ਜਾ ਸਕਦਾ। ਤੇ ਨਾਲ ਹੀ ਜਦੋਂ ਤੁਸੀਂ ਮਾਸਕ ਤੇ ਹੋਰ ਚੀਜ਼ਾਂ ਜਿਹੜੀਆਂ ਇਸ ਸਮੇਂ ਬਹੁਤ ਜ਼ਿਆਦਾ ਲੋੜ ਦੇ ਵਿੱਚ ਨੇ, ਖਰੀਦਣੀਆਂ ਵੀ ਨੇ, ਤਾਂ ਉਸ ਸਮੇਂ ਵੀ ਕਾਫੀ ਧਿਆਨ ਰੱਖਿਆ ਜਾਵੇ ਕਿ ਕੈਨੇਡਾ ਸਰਕਾਰ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਅਜਿਹੇ ਮਾਸਕ ਜਿਹੜੇ ਬਣਾ ਕੇ ਵੇਚੇ ਜਾ ਰਹੇ ਨੇ ਜੋ ਬਿਨਾਂ ਕਿਸੇ ਟੈਗ ਤੋਂ ਹੁੰਦੇ ਨੇ, ਉਹ ਨਾ ਵੇਚੇ ਜਾਣ ਤੇ ਨਾ ਹੀ ਉਹਨਾਂ ਨੂੰ ਖਰੀਦਿਆ ਜਾਵੇ। ਟੈਗ ਜ਼ਰੂਰ ਹੋਵੇ ਕਿ ਮਾਸਕ ਕਿਹੜੀ ਚੀਜ਼ ਤੋਂ ਬਣਿਆ ਹੋਇਆ ਤੇ ਕਿੱਥੇ ਬਣਿਆ ਹੋਇਆ, ਉਹ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਵੱਖੋ ਵੱਖਰੀਆਂ ਐਪਲੀਕੇਸ਼ਨਸ ਦੇ ਉੱਤੇ ਵੀ ਮਿਲ ਜਾਣੀ ਹੈ ਤੇ ਵੈਬਸਾਈਟਸ ਦੇ ਉੱਤੇ ਵੀ ਮਿਲ ਜਾਣੀ ਹੈ। ਖੁਦ ਪਹਿਲਾਂ ਪੁਸ਼ਟੀ ਕਰੋ ਤਾਂ ਫਿਰ ਅਗਲਾ ਕੋਈ ਕਦਮ ਚੱਕੋ, ਖਾਸ ਤੌਰ 'ਤੇ ਉਦੋਂ ਜਦੋਂ ਤੁਹਾਨੂੰ ਕਿਤੇ ਕੋਈ ਪੈਸੇ ਭਰਵਾਉਣ ਦੇ ਲਈ ਕਿਹਾ ਗਿਆ ਹੋਵੇ, ਫਾਈਨ ਦੇਣ ਦੇ ਲਈ ਕਿਹਾ ਗਿਆ ਹੋਵੇ ਜਾਂ ਕਿਸੇ ਵੀ ਅਜਿਹੀ ਚੀਜ਼ ਦੇ ਵਾਸਤੇ ਕਿਹਾ ਗਿਆ ਹੋਵੇ ਕਿ ਤੁਹਾਡੀ ਨਿੱਜੀ ਜਾਣਕਾਰੀ ਉਸ ਦੇ ਵਿੱਚ ਜਾ ਸਕਦੀ ਹੈ। ਤੇ ਸਭ ਤੋਂ ਅਹਿਮ, ਜਦੋਂ ਕੈਨੇਡਾ ਦੇ ਵਿੱਚ ਨਵੇਂ ਵੀ ਆਉਂਦੇ ਹੋ ਤਾਂ ਇਹ ਧਿਆਨ ਜ਼ਰੂਰ ਰੱਖੋ, SIN ਨੰਬਰ ਆਪਣਾ ਕਦੀ ਕਿਸੇ ਨਾਲ ਸਾਂਝਾ ਨਾ ਕਰੋ। ਬਹੁਤ ਜ਼ਿਆਦਾ ਪ੍ਰਾਈਵੇਸੀ ਦੇ ਤਹਿਤ ਉਸ ਨੂੰ ਰੱਖਿਆ ਜਾਵੇ ਤੇ SIN ਨੰਬਰ ਸਿਰਫ ਆਪਣੇ ਇੰਪਲੋਇਰ ਨੂੰ ਦਿੱਤਾ ਜਾ ਸਕਦਾ ਹੈ, ਪਰ ਇਸ ਦੇ ਉੱਤੇ ਵੀ ਜਿਹੜਾ ਬਹੁਤ ਧਿਆਨ ਰੱਖਿਆ ਜਾਵੇ ਕਿ ਕਿਸੇ ਦੇ ਹੱਥ SIN ਨੰਬਰ ਨਹੀਂ ਲੱਗਣਾ ਚਾਹੀਦਾ। ਉਸ ਤੋਂ ਵੀ ਬਹੁਤ ਸਾਰੇ ਸਕੈਮਸ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ।
The Government of Canada has introduced new requirements for anyone entering Canada, whether by air, land, or sea. All people now entering Canada are required to wear an appropriate non-medical mask or face covering while in transit to their place of isolation or quarantine. Everyone must isolate themselves or quarantine for a period of 14 days, beginning on the day they enter Canada. Individuals cannot isolate or quarantine in a place where they would be in contact with vulnerable persons. This means adults age 65 and over, or people of any age who have compromised immune systems or underlying medical conditions. They must isolate or quarantine in a suitable location where they will have access to the necessities of life, and they are required to monitor their health for fever, cough, and difficulty breathing. Individuals entering Canada with symptoms must isolate themselves from others and stay inside. They should undergo health assessments as required, and if the symptoms get worse, immediately contact their public health authority and follow their instructions. They should not leave their place of isolation unless it's to seek medical attention. Those entering the country without symptoms must quarantine, which means they must stay at their place of quarantine and avoid contact with others. If they develop symptoms during those first 14 days, they must contact their public health authority and extend the period of quarantine for 14 days, following the date when the symptoms first began. For those unable to quarantine or isolate themselves at a suitable location, they will be transferred to a quarantine facility chosen by the Chief Public Health Officer of Canada. These new measures will limit the spread of COVID-19 and help protect the health of individuals, particularly those Canadians who are most vulnerable. For more information on isolating and quarantine after travel, please visit canada.ca/coronavirus or call 1-833-784-4397. A message from the Government of Canada. ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।